ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਹਾਂ ਜਤਿੰਦਰ ਸਿੰਘ। ਗੱਲ ਕਰਾਂਗੇ ਕਰੋਨਾ ਵਾਇਰਸ ਦੀ। ਕਰੋਨਾ ਨੂੰ ਲੈ ਕੇ ਲਗਾਤਾਰ ਜਿਹੜੇ ਆ ਆંકੜੇ ਜਿਹੜੇ ਵੱਧਦੇ ਜਾ ਰਹੇ ਆ। ਕਰੋਨਾ ਪੋਜ਼ਿਟਿਵ ਮਰੀਜ਼ ਜਿਹੜੇ ਆ ਦੇਸ਼ ਦੇ ਵਿੱਚ ਹੁਣ ਤੱਕ ਕਈ ਮਰੀਜ਼ ਸਾਹਮਣੇ ਆ ਚੁੱਕੇ ਆ। ਜੇਕਰ ਸੂਬੇ ਦੀ ਗੱਲ ਕਰੀਏ ਪੰਜਾਬ ਦੀ, ਤਾਂ ਇਸ ਦੇ ਵਿੱਚ ਤਕਰੀਬਨ 180 ਤੋਂ ਜਿਹੜੇ ਵੱਧ ਮਰੀਜ਼ ਹੁਣ ਤੱਕ ਕਰੋਨਾ ਵਾਇਰਸ ਦੇ ਹੋ ਚੁੱਕੇ ਆ। 13 ਮੌਤਾਂ ਹੁਣ ਤੱਕ ਕਰੋਨਾ ਦੀਆਂ ਹੋਈਆਂ। ਇਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਕੀ ਪ੍ਰਬੰਧ ਕੀਤੇ ਗਏ ਆ, ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਅੱਜ ਗੱਲ ਕਰਾਂਗੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦੇ ਨਾਲ, ਤੇ ਉਹਨਾਂ ਤੋਂ ਜਾਣਾਂਗੇ ਕਿ ਕਪੂਰਥਲਾ ਦੇ ਵਿੱਚ ਕੀ ਕੁਝ ਪ੍ਰਬੰਧ ਨੇ ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਦੇ ਲਈ। ਇਸ ਤੋਂ ਇਲਾਵਾ ਲੋਕਾਂ ਨੂੰ ਕੀ ਅਪੀਲ ਕੀਤੀ ਜਾ ਰਹੀ ਹੈ ਔਰ ਲੋਕਾਂ ਤੱਕ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਤੱਕ ਰਾਸ਼ਨ ਪਹੁੰਚਾਉਣ ਦੇ ਲਈ ਕੀ ਕੁਝ ਕੋਸ਼ਿਸ਼ਾਂ ਜਿਹੜੀਆਂ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ। ਸਭ ਤੋਂ ਪਹਿਲਾਂ ਮੈਮ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਜੀ ਮੈਮ, ਜੇ ਕਪੂਰਥਲਾ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ ਤਾਂ ਤਕਰੀਬਨ 186 ਕੇਸ ਹੋ ਚੁੱਕੇ ਆ ਔਰ 2 ਕਪੂਰਥਲਾ ਦੇ ਵਿੱਚ ਜਿਹੜੇ ਪੋਜ਼ਿਟਿਵ ਮਾਮਲੇ ਹੁਣ ਤੱਕ ਸਾਹਮਣੇ ਆਏ ਆ। ਤਾਂ ਇਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਹੁਣ ਤੱਕ ਕੀ ਤਿਆਰੀਆਂ ਕੀਤੀਆਂ ਗਈਆਂ, ਕਿਸ ਤਰ੍ਹਾਂ ਇਸ ਨੂੰ ਜਿਹੜਾ ਹੋਰ ਅੱਗੇ ਨਾ ਵਧੇ, ਲੋਕਾਂ ਨੂੰ ਕਿਸ ਤਰ੍ਹਾਂ ਜਾਗਰੂਕ ਕੀਤਾ ਜਾ ਰਿਹਾ? ਇਹਦੇ ਵਿੱਚ ਮੈਂ ਦੱਸਣਾ ਚਾਹੂੰਗੀ ਕਿਉਂਕਿ ਅੱਜ ਤੱਕ ਆਪਣੇ 2 ਪੋਜ਼ਿਟਿਵ ਕੇਸ ਹੋ ਗਏ हैं। ਪਹਿਲੇ ਤੇ ਉਹ ਦੋਨੋਂ ਕੇਸਿਸ ਜਿਹੜੇ ਹੈ ਉਹਨਾਂ ਦੇ ਦੋਨਾਂ ਦੀ ਤਬੀਅਤ ਹੁਣ ਬੈਟਰ ਹੈ। ਪਹਿਲੇ ਸਾਡਾ ਆਈਸੋਲੇਸ਼ਨ ਸੈਂਟਰ ਜਿਹੜਾ ਕਪੂਰਥਲਾ 'ਚ ਬਣਿਆ ਹੋਇਆ ਹੈ ਉੱਥੇ ਹੀ ਉਹ ਦੋਨੋਂ ਮਰੀਜ਼ ਹੈ ਐਂਡ ਦੇ ਆਰ ਡੂਇੰਗ ਬੈਟਰ। ਉਸ ਤੋਂ ਇਲਾਵਾ ਆਪਾਂ ਜਿਸ ਏਰੀਏ ਤੋਂ ਹੈ ਉਹ ਸਾਰੇ ਏਰੀਆ ਨੂੰ ਕੰਟੇਨ ਕੀਤਾ ਹੋਇਆ ਹੈ। ਸਕਰੀਨਿੰਗ ਉਸ ਏਰੀਏ ਦੀ ਕੋਡ ਕਰਾ ਰਹੀ ਹੈ। ਉਹਦੇ ਨਾਲ ਜਿਹੜੇ ਬਫਰ ਜ਼ੋਨ ਦੇ ਹੋਰ ਪਿੰਡ ਹੈ ਉਹਦੀ ਵੀ ਸਾਰੀ ਸਕਰੀਨਿੰਗ ਹੋ ਚੁੱਕੀ ਹੈ। ਉਹਦੇ ਵਿੱਚ ਕੋਈ ਹੋਰ ਪੇਸ਼ੈਂਟ ਸਾਨੂੰ ਇਸ ਤਰ੍ਹਾਂ ਦਾ ਨਹੀਂ ਲੱਭਿਆ। ਜਿਹੜੇ ਟੈਸਟ ਵੀ ਅਸੀਂ ਕਰਾਏ ਸੀਗੇ ਉਹ ਸਾਰੇ ਨੈਗੇਟਿਵ ਆਏ ਹਨ। ਦੂਜੇ ਏਰੀਏ ਨੂੰ ਵੀ ਕੰਟੇਨ ਕੀਤਾ ਗਿਆ ਹੈ, ਉੱਥੇ ਸਾਡੀ ਸਕਰੀਨਿੰਗ ਚੱਲ ਰਹੀ ਹੈ। ਅੱਜ ਤੱਕ ਜਿੰਨੇ ਟੈਸਟ ਹੋਏ ਉਹ ਨੈਗੇਟਿਵ ਆਏ ਹਨ, ਲੇਕਿਨ ਵੀ ਆਰ ਟੇਕਿੰਗ ਮੋਰ ਸੈਂਪਲਿੰਗ ਇਨਟੂ ਇਟ। ਦੈਨ ਦੈਟ ਆਪਰੇਸ਼ਨ ਵਿਚ ਇਜ਼ ਅਕੋਰਡਿੰਗ ਟੂ ਦ ਹੈਲਥ ਪ੍ਰੋਟੋਕੋਲ ਦੈਟ ਇਜ਼ ਔਨ। ਇਹਦੇ ਨਾਲ ਜੀ ਦੋਨਾਂ ਕੇਸਾਂ ਦੀ ਗੱਲ ਕਰੀਏ ਤਾਂ ਇਹ ਕਿੱਥੋਂ ਆ? ਦੋਨੋਂ ਕੇਸ ਅਲੱਗ-ਅਲੱਗ ਜਗ੍ਹਾ ਤੋਂ ਆ ਔਰ ਕਿਹੜੀ ਜਗ੍ਹਾ ਤੋਂ ਹੈ? ਜੀ, ਇੱਕ ਕੋਟ ਕਰਾਰ ਖਾਂ ਪਿੰਡ ਦਾ ਕੇਸ ਹੈ ਜਿੱਥੇ ਤਬਲੀਗੀ ਜਮਾਤ ਦੇ ਕੁਝ ਲੋਕੀ ਆਏ ਸੀਗੇ, ਉਹਦੇ ਵਿੱਚ ਇੱਕ ਪੋਜ਼ਿਟਿਵ ਨਿਕਲਿਆ ਸੀਗਾ। ਦੂਜਾ ਦੀ ਜੋ ਇੱਥੇ ਯੂਨੀਵਰਸਿਟੀ ਹੈ ਉੱਥੋਂ ਦਾ ਕੇਸ ਹੈ LPU ਦਾ, ਉੱਥੇ ਕੁੜੀ ਦਾ ਪੋਜ਼ਿਟਿਵ ਕੇਸ ਨਿਕਲਿਆ ਸੀਗਾ। ਦ ਏਰੀਆ ਹੈਜ਼ ਬੀਨ ਕੰਟੇਨਡ, ਉੱਥੇ ਵੀ ਸਕਰੀਨਿੰਗ ਤੇ ਟੈਸਟਿੰਗ ਚੱਲ ਰਹੀ ਹੈ। ਜੀ, ਇਸ ਤੋਂ ਇਲਾਵਾ ਮੈਮ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਕਿਸ ਤਰ੍ਹਾਂ ਜਾਗਰੂਕ ਕੀਤਾ ਜਾ ਰਿਹਾ ਲੋਕਾਂ ਦਾ, ਕਿਉਂਕਿ ਕਈ ਥਾਵਾਂ ਤੇ ਅਣਗਹਿਲੀਆਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਔਰ ਉਸ ਤੋਂ ਇਲਾਵਾ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਤੱਕ ਰਾਸ਼ਨ ਪਾਣੀ ਜਾਂ ਹੋਰ ਜ਼ਰੂਰੀ ਚੀਜ਼ਾਂ ਉਹ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਪਹੁੰਚਾਉਣ ਦੇ? ਦੇਖिए, ਜ਼ਿਲ੍ਹੇ 'ਚ ਅਸੀਂ ਮੋਸਟਲੀ ਤਾਂ ਹੋਮ ਡਿਲੀਵਰੀ ਦਾ ਹੀ ਰੱਖਿਆ ਹੈ ਸਿਸਟਮ ਕਿ ਜਿਹੜਾ ਵੀ ਰਾਸ਼ਨ ਦਾ ਸਮਾਨ ਹੈ ਜਾਂ ਸਬਜ਼ੀਆਂ ਹੈ ਉਹ ਘਰ ਘਰ ਜਾ ਕੇ ਹੀ ਅਵੇਲੇਬਲ ਹੋਣ। ਕੈਮਿਸਟ ਦੀ ਸ਼ਾਪਸ ਅਸੀਂ ਸਵੇਰ ਦਾ ਟਾਈਮ ਰੱਖਿਆ ਹੋਇਆ ਹੈ ਕਿ ਉਹ ਖੁੱਲਣਗੀਆਂ, ਉੱਥੇ ਜਾ ਕੇ ਲੋਕੀ ਆਪਣੀ ਦਵਾਈਆਂ ਲੈ ਸਕਦੇ ਆ। ਅਦਰਵਾਈਜ਼ ਮੋਸਟਲੀ ਆਪਣਾ ਹੋਮ ਡਿਲੀਵਰੀ ਦਾ ਸਿਸਟਮ ਹੈ ਤੇ ਅਸੀਂ ਟਾਈਮਿੰਗ ਸ਼ਡਿਊਲ ਜਿਹੜੇ ਹੈ ਉਹ ਥੋੜੇ ਕਰਟੇਲ ਕੀਤੇ ਹੋਏ ਹੈ। ਸਵੇਰ ਦੇ ਟਾਈਮ ਰੱਖਿਆ ਕਿਉਂਕਿ ਸਾਰਾ ਦਿਨ ਲੋਕੀ ਬਾਹਰ ਨਾ ਨਿਕਲਣ। ਉਹਨਾਂ ਦੀ ਆਪਣੀ ਜਾਗਰੂਕਤਾ ਲਈ ਵੀ ਹਰ ਚੀਜ਼ ਇੰਪੋਰਟੈਂਟ ਹੈ ਤੇ ਅਦਰਵਾਈਜ਼ ਵੀ ਹੈਵ ਮੇਡ ਇਟ ਸ਼ੋਰ ਕਿ ਸਿਰਫ ਮਾਰਨਿੰਗ ਦਾ ਟਾਈਮ ਹੈ ਜਿੱਥੇ ਥੋੜੀ ਜਿਹੀ ਛੂਟ ਦਿੱਤੀ ਗਈ ਹੈ, ਜਿਵੇਂ ਕੈਮਿਸਟ ਦੀ ਸ਼ਾਪ ਖੁੱਲਣਗੀਆਂ ਜਾਂ ਫਿਰ ਡੇਅਰੀ ਵਾਲੀ ਸ਼ਾਪ ਖੁੱਲਣਗੀਆਂ ਜਿੱਥੇ ਜਾ ਕੇ ਲੋਕੀ ਸਮਾਨ ਲੈ ਸਕਦੇ। ਬਟ ਮੈਕਸਿਮਮ ਸਾਡਾ ਐਮਫੈਸਿਸ ਜਿਹੜਾ ਹੈ ਹੋਮ ਡਿਲੀਵਰੀ ਦੇ ਉੱਤੇ ਹੀ ਚੱਲ ਰਿਹਾ। ਜੀ ਮੈਮ, ਅਗਰ ਆਪਾਂ ਛੋਟੀਆਂ ਮੋਟੀਆਂ ਬਿਮਾਰੀਆਂ ਜਿਹੜੀਆਂ ਉਹ ਤਾਂ ਦਵਾਈ ਨਾਲ ਅਗਰ ਅਸੀਂ ਸਹੀ ਹੋ ਜਾਂਦੀ ਹੈ, ਅਗਰ ਜਿਹੜੇ ਕੇਸ ਜ਼ਿਆਦਾ ਸੀਰੀਅਸ ਹੁੰਦੇ ਆ, ਜੇ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਫਿਰ ਉਹਨਾਂ ਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਹੈ? ਨੇੜੇ ਤੇੜੇ ਦੇ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਪਹੁੰਚਾਇਆ ਜਾਂਦਾ ਹੈ ਜਾਂ ਫਿਰ ਕਿੱਦਾਂ ਕੀਤਾ ਜਾਂਦਾ ਸਭ? ਸਾਡੇ ਕੋਲ ਜੀ ਇੱਥੇ ਡਿਸਟ੍ਰਿਕਟ 'ਚ ਹੀ ਕਰੀਬਨ 5 ਵੈਂਟੀਲੇਟਰਸ ਤਾਂ ਹੈ। We have tied up with the private hospital also। ਸਾਡੇ ਕੋਲ ਆਪਣਾ ਵੀ ਅਰੇਂਜ ਕੀਤਾ ਹੋਇਆ ਸੀ ਸਟਾਫ ਕਿ ਜੇਕਰ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ then we are self sufficient into it। ਉਸ ਤੋਂ ਇਲਾਵਾ ਅਸੀਂ ਕੋਵਿਡ ਕੇਅਰ ਸੈਂਟਰਸ ਵੀ ਨਾਲ ਬਣਾ ਰਹੇ ਹਾਂ ਜਿੱਥੇ ਕੋਈ ਮਾਈਲਡ ਸਿੰਪਟਮਸ ਹੋਣਗੇ ਉਹ ਜਿਹੜੇ ਪੇਸ਼ੈਂਟ ਹੈ rather than coming into the isolation center which is situated in civil hospital Kapurthala, they will be shifted to the covid care center ਜਿੱਥੇ ਉਹਨਾਂ ਦੀ ਦੇਖ ਰੇਖ ਹੋਏਗੀ। ਇਸ ਤੋਂ ਇਲਾਵਾ ਜਿਹੜੇ ਪੁਲਿਸ ਮੁਲਾਜ਼ਮ ਹੈ ਜਾਂ ਫਿਰ ਹੋਰ ਜਿਹੜੇ ਅਧਿਕਾਰੀ ਹੈ ਡਿਊਟੀ ਨਿਭਾ ਰਹੇ ਆ ਉਹਨਾਂ ਦਾ ਵੀ ਪ੍ਰੋਪਰ ਚੈੱਕਅਪ ਕੀਤਾ ਜਾਂਦਾ ਸਿਹਤ ਵਿਭਾਗ ਦੀਆਂ ਟੀਮਾਂ ਦੇ ਵੱਲੋਂ? ਬਿਲਕੁਲ ਜੀ, ਉਹਨਾਂ ਦਾ ਚੈੱਕਅਪ ਤੇ ਨਾਲ ਅਸੀਂ ਉਹਨਾਂ ਨੂੰ ਵੀ ਜਿਹੜੇ ਵੀ ਸਾਡੇ ਫੀਲਡ ਫੰਕਸ਼ਨਰੀ ਇਸ ਟਾਈਮ ਲੱਗੇ ਹੋਏ ਹੈ ਅਸੀਂ ਉਹਨਾਂ ਨੂੰ ਵੀ ਨਾਲ ਪ੍ਰੋਵੀਜ਼ਨ ਕਰਾ ਰਹੇ ਹਾਂ ਕਿ ਉਹਨਾਂ ਦੇ ਕੋਲ ਮਾਸਕ ਹੋਣ, ਸੈਨੀਟਾਈਜ਼ਰ ਹੋਣ। ਇੱਥੇ ਜਿਹੜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ ਉਹਨਾਂ ਨਾਲ ਮਿਲ ਕੇ ਵੀ ਹੈਵ ਮੇਡ ਸਮ ਸ਼ੀਲਡਸ ਆਲਸੋ ਵਿਚ ਕਵਰਸ ਦਾ ਫੇਸ। ਨੀਚੇ ਮਾਸਕ ਪਾ ਕੇ ਉੱਪਰ ਉਹ ਸ਼ੀਲਡ ਲੱਗ ਜਾਂਦੀ ਹੈ ਵਿਚ ਹੈਵ ਬੀਨ ਗਿਵਨ ਟੂ ਦਾ ਹੈਲਥ ਪੀਪਲ ਆਲਸੋ ਜਿਹੜੇ ਫੀਲਡ 'ਚ ਇਸ ਟਾਈਮ ਲੱਗੇ ਹੋਏ ਹੈ ਤੇ ਪੁਲਿਸ ਪਰਸਨਲ ਆਲਸੋ ਉਹਨਾਂ ਨੂੰ ਵੀ ਨਾਲ ਦਿੱਤੀ ਜਾ ਰਹੀ ਹੈ। ਜੀ, ਇਸ ਤੋਂ ਇਲਾਵਾ
ਮੈਮ ਮੰਡੀਆਂ ਦਾ ਹੁਣ ਜਿਹੜਾ ਕੰਮ ਸ਼ੁਰੂ ਹੋ ਗਿਆ, ਕਣਕ ਆਉਣ ਲੱਗ ਗਈ ਆ, ਉਸ ਨੂੰ ਲੈ ਕੇ ਕਿੱਦਾਂ ਦੇ ਪ੍ਰਬੰਧ ਹੈ ਔਰ ਕਿਸਾਨ ਜਿਹੜੇ ਆ ਕੀ ਉਹਨਾਂ ਨੂੰ ਕੋਈ ਦਿੱਕਤਾਂ ਆ ਰਹੀਆਂ ਜਾਂ ਫਿਰ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਕਿਸ ਤਰ੍ਹਾਂ ਹੱਲ ਕੀਤਾ ਜਾ ਰਿਹਾ ਉਹਨਾਂ ਦਾ? ਜੀ ਸਾਡੇ ਕੋਲ ਇੱਥੇ ਜੀ 98 ਅਸੀਂ परचेज सेंटर्स बनाए हैं जिस अपनी मंडियां भी हैं, उसके अलावा राइस शेल्टर्स भी ਅਸੀਂ रखे हैं जिससे लोग ਜਿਹੜਾ ਹੈ किसान जो है जाके अपनी कनक दे सकते हैं। आइडिया यही है कि सोशल डिस्टेंस मेंटेन किया जाए, इसलिए नंबर ਵਧਾਇਆ ਗਿਆ है। ਹਰੇਕ ਜਗ੍ਹਾ ਤੇ ਇਹ ਇੰਸ਼ੋਰ ਕੀਤਾ ਗਿਆ ਹੈ ਕਿ ਪਹਿਲੇ ਤਾਂ ਉਹ ਏਰੀਆ ਨੂੰ ਸੈਨੀਟਾਈਜ਼, ਮੰਡੀਆਂ ਸਾਰੀਆਂ ਅਸੀਂ ਸੈਨੀਟਾਈਜ਼ ਕੀਤੀਆਂ, ਰਾਈਸ ਸ਼ੈਲਰਸ ਵੀ ਨਾਲ ਸੈਨੀਟਾਈਜ਼ ਹੋਏ ਹਨ। ਨਾਲ ਇਹ ਇੰਸ਼ੋਰ ਕੀਤਾ ਗਿਆ ਹੈ ਕਿ ਉੱਥੇ 30 ਬਾਈ 30 ਦੇ ਬਲਾਕਸ ਬਣਨ ਕਿ ਉਸ ਹਿਸਾਬ ਨਾਲ ਸੋਸ਼ਲ ਡਿਸਟੈਂਸਿੰਗ ਮੇਨਟੇਨ ਹੋ, ਸਾਰੇ ਇਕੱਠੇ ਨਾ ਹੋਣ। ਹੱਥ ਧੋਣ ਦਾ ਸਾਰਾ ਅਰੇਂਜਮੈਂਟ ਉੱਥੇ ਹੋਏ, ਸਾਬਣ ਹੋਣਾ ਚਾਹੀਦਾ ਹੈ, ਪਾਣੀ ਹੋਣਾ ਚਾਹੀਦਾ ਹੈ। ਸੈਨੀਟਾਈਜ਼ਰਸ ਵੀ ਅਸੀਂ ਰੱਖੇ हैं, लेकिन साबन पानी उत्थे होए कि बार बार ਜਿਹੜੇ ਉੱਥੇ ਲੇਬਰ ਕੰਮ ਕਰ ਰਹੀ ਹੈ ਉਹ ਆਪਣੇ ਹੱਥ ਧੋਣ। ਕਿਸਾਨਾਂ ਲਈ ਆਉਣ ਲਈ ਕੂਪਨ ਸਿਸਟਮ ਹੈ, ਜਿਹੜਾ ਪੈਨ ਪੰਜਾਬ ਇਸ ਟਾਈਮ ਚੱਲ ਰਿਹਾ ਹੈ ਕਿ ਕੂਪਨ ਬੇਸਿਸ ਤੇ ਜਿਹੜੇ ਵੀ ਆੜਤੀ ਹੈ ਉਹਨਾਂ ਨੂੰ ਕੂਪਨ ਦਿੱਤੇ ਜਾਂਦੇ ਹੈ ਦੇ ਫॉर द टाई अप विद द फार्मर्स। ਤੇ ਜਿਹਦਾ ਕੂਪਨ ਹੈ, ਜਿਹਦੀ ਟਰਾਲੀ ਉਸ ਦੀ ਲਾਣੀ ਹੈ, ਉਹੀ ਆਏ ਅਤੇ ਸਾਰੇ ਇਕੱਠੇ ਨਾ ਹੋਣ। ਦੈਟ ਇਜ਼ ਦ ਮੇਨ ਆਈਡੀਆ ਕਿ ਸੋਸ਼ਲ ਡਿਸਟੈਂਸਿੰਗ ਅਸੀਂ ਮੇਨਟੇਨ ਕਰ ਸਕੀਏ। ਕਪੂਰਥਲਾ 'ਚ ਕੱਲ ਸ਼ੁਰੂ ਹੋ ਗਈ ਹੈ ਪ੍ਰੋਕਿਉਰਮੈਂਟ, 2 ਸਾਡੀ ਮੰਡੀਆਂ 'ਚ ਥੋੜੀ ਫਸਲ ਆਉਣੀ ਸ਼ੁਰੂ ਹੋਈ ਹੈ। ਹਰ ਰੋਜ਼ ਦੀ ਪਿਕ ਹੋਏਗੀ, 20 ਤੋਂ ਬਾਅਦ ਸਾਡਾ ਹੋਰ ਵੀ ਨੰਬਰ ਵਧੇਗਾ, ਬਟ ਵੀ ਆਰ ਵੈਲ ਪ੍ਰੀਪੇਅਰਡ ਫॉर दैट। ਮੈਮ ਕਈ ਵਾਰ ਹੁੰਦਾ ਕਿ ਜਦੋਂ ਆਪਾਂ ਕੋਈ ਵੀ ਨੀਤੀ ਜਿਹੜੀ ਤਿਆਰ ਕਰਦੇ ਆ ਉਹਨੂੰ ਲਾਗੂ ਕਰਨਾ ਹੁੰਦਾ ਤਾਂ ਉਹ ਬੇਸ਼ੱਕ ਲਾਗੂ ਹੋ ਜਾਂਦੀ ਹੈ, ਪਰ ਗਰਾਊਂਡ ਅਤੇ ਰਿਐਲਿਟੀ ਕਈ ਵਾਰ ਕੁਝ ਹੋਰ ਹੁੰਦੀ ਹੈ। ਤਾਂ ਫਿਰ ਜੇਕਰ ਕਿਸਾਨਾਂ ਨੂੰ ਕੋਈ ਦਿੱਕਤ ਆਉਂਦੀ ਹੈ, ਮੰਡੀ ਦੇ ਵਿੱਚ ਜਾਂਦੇ ਆ ਆਪਣੀ ਫਸਲ ਨੂੰ ਲੈ ਕੇ, ਤਾਂ ਫਿਰ ਉਹਨਾਂ ਦੇ ਲਈ ਕੋਈ ਨੰਬਰ ਵਗੈਰਾ ਵੀ ਜਾਰੀ ਕੀਤੇ ਗਏ ਆ, ਜੇ ਉਹਨਾਂ ਨੂੰ ਮੰਡੀ ਦੇ ਵਿੱਚ ਦਿੱਕਤ ਆਏ ਤਾਂ ਕਿਸੇ ਨਾਲ ਸੰਪਰਕ ਕਰ ਸਕਣ ਤਾਂ ਜੋ ਉਹਨਾਂ ਦੀ ਮੁਸ਼ਕਲਾਂ ਦਾ ਹੱਲ ਹੋਵੇ? ਬਿਲਕੁਲ ਇਹਦੇ ਲਈ ਜਿਹੜੇ ਸਾਡੇ ਇੱਥੇ ਡਿਪਟੀ ਡੀਐਮਓ ਹੈ ਉਹਨਾਂ ਦਾ ਨੰਬਰ ਜਿਹੜਾ ਹੈ ਅਸੀਂ ਨਾਲ ਪਬਲਿਸਾਈਜ਼ ਕੀਤਾ ਹੋਇਆ ਕਿ ਜਿਹੜੀ ਵੀ ਕੋਈ ਦਿੱਕਤ ਆਉਂਦੀ ਹੈ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ, ਜਾਂ ਆਪਣੇ ਜਿਹੜੇ ਡੀਐਫਐਸਸੀ ਹੈ ਕਪੂਰਥਲਾ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ। ਉਹਦੇ ਇਲਾਵਾ ਜਿਹੜੇ ਵੀ ਆਪਣੇ ਐਸਡੀਐਮਸ ਹੈ ਪਰ ਸਬ ਡਿਵੀਜ਼ਨ, ਦੇ ਆਰ देयर ਫੋਨਸ ਆਰ ਆਲਸੋ ਅਵੇਲੇਬਲ। ਕਿਸੇ ਨੂੰ ਵੀ ਕੋਈ ਦਿੱਕਤ ਹੈ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ। ਹੁਣ ਤੱਕ ਜੇਕਰ ਗੱਲ ਕਰੀਏ, ਕਿਉਂਕਿ 15 ਤਰੀਕ ਤੋਂ ਸ਼ੁਰੂ ਹੋ ਗਈ ਹੈ, ਅੱਜ ਦੂਸਰਾ ਦਿਨ ਹੈ, ਤਾਂ ਹੁਣ ਤੱਕ ਕੋਈ ਸ਼ਿਕਾਇਤਾਂ ਆਈਆਂ ਤੁਹਾਡੇ ਕੋਲ ਕਿਸਾਨਾਂ ਨੂੰ? ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਹੋਣ, ਜਾਂ ਫਿਰ ਆੜਤੀਆਂ ਯੂਨੀਅਨ ਦੇ ਵੱਲੋਂ ਜਾਂ ਜਿਹੜੇ ਮਜ਼ਦੂਰ ਕੰਮ ਕਰ ਰਹੇ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੁਣ ਤੱਕ ਜਿਹੜੀ ਆਈ ਹੋਵੇ ਕਣਕ ਦੀ? देखिए जिस तरह मैं ਤੁਹਾਨੂੰ ਦੱਸ ਰਹੀ ਸੀਗੀ ਕਿ ਸਾਡਾ ਹਜੇ ਧੀਰੇ ਧੀਰੇ ਪਿਕਅਪ ਹੋਣਾ ਹੈ, ਕਿਉਂਕਿ ਥੋੜਾ ਜਿਹਾ ਲੇਟ ਇੱਥੇ ਦੁਆਬੇ ਏਰੀਆ 'ਚ ਥੋੜਾ ਜਿਹਾ ਲੇਟ ਸ਼ੁਰੂ ਹੁੰਦਾ ਹੈ। ਕੱਲ ਜਿਹੜੀ ਕਣਕ ਆਈ ਹੈ, ਅੱਜ ਜਿਹੜੀ ਆਈ ਹੈ, ਹਜੇ ਕੋਈ ਟੀਥਿੰਗ ਇਸ਼ੂਜ਼ ਹਮੇਸ਼ਾ ਹੁੰਦੇ ਹਨ, ਲੇਕਿਨ ਇਸ ਤਰ੍ਹਾਂ ਦਾ ਕੋਈ ਵੱਡਾ ਇਸ਼ੂ ਨੂੰ ਕਿ ਆਪਾਂ ਸੋਲਵ ਨਾ ਕਰ ਸਕੀਏ। ਜਿਹੜੇ ਵੀ ਟੀਥਿੰਗ ਇਸ਼ੂਜ਼ ਆਉਣਗੇ ਉਹ ਅਸੀਂ ਨਾਲ ਸੋਲਵ ਕਰ ਸਕਦੇ ਹਾਂ, ਕਿਉਂਕਿ ਕੁਝ ਵੀ ਨया ਸਿਸਟਮ ਜਦ ਸ਼ੁਰੂ ਕਰਨਾ ਹੁੰਦਾ ਹੈ ਤਾਂ ਸਟਾਰਟਿੰਗ 'ਚ ਥੋੜਾ ਜਿਹੀ ਪ੍ਰੋਬਲਮ ਹੁੰਦੀ ਹੈ, ਬਟ 2-4 ਦਿਨ 'ਚ ਸਾਰਾ ਸਿਸਟਮ ਸਟ੍ਰੀਮਲਾਈਨ ਹੋ ਜਾਂਦਾ ਹੈ। ਜੇਕਰ ਆਪਾਂ ਕਰੋਨਾ ਦੇ ਨਾਲ ਲੜਨ ਦੀ ਗੱਲ ਕਰੀਏ ਤਾਂ ਬੇਸ਼ੱਕ ਨਰਸਾਂ ਔਰ ਡਾਕਟਰ ਜਿਹੜੇ ਆ ਕਾਫੀ ਕੋਸ਼ਿਸ਼ ਕਰ ਰਹੇ ਆ, ਹਰੇਕ ਦੇ ਵੱਲੋਂ ਆਪਣੀ ਕੋਸ਼ਿਸ਼ ਜਿਹੜੀ ਜਾਰੀ ਹੈ, ਪਰ ਕਈ ਥਾਵਾਂ ਤੇ ਇਹ ਵੀ ਸਾਹਮਣੇ ਆਇਆ ਕਿ ਜਿਹੜੀਆਂ ਨਰਸਿਸ ਆ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਪੀਪੀ ਕਿੱਟਾਂ ਜਿਹੜੀਆਂ ਉਹ ਨਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ। ਇਸ ਤੋਂ ਇਲਾਵਾ ਜਿਹੜੇ ਹੋਰ ਚੀਜ਼ਾਂ ਜਿਹਦੀ ਜ਼ਰੂਰਤ ਪੈਂਦੀ ਆ ਉਹ ਨਹੀਂ। ਤਾਂ ਕਪੂਰਥਲਾ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਆ ਤਾਂ ਜੋ ਜੇਕਰ ਖੁਦਾ ਨਾ ਖਾਸਤਾ ਕੋਈ ਕੇਸ ਵੱਧਦੇ ਆ ਤਾਂ ਉਹ ਆਪਣੀ ਸ਼ਿੱਦਤ ਦੇ ਨਾਲ ਜਿਹੜੀ ਆ ਲੋਕਾਂ ਦਾ ਬਚਾਅ ਕਰ ਸਕਣ? ਇਹਦੇ ਵਿੱਚ ਸਟੇਟ ਗਵਰਨਮੈਂਟ ਪੀਪੀਈ ਕਿਟ ਸਾਨੂੰ ਪ੍ਰੋਵਾਈਡ ਵੀ ਕਰ ਰਹੀ ਹੈ। ਬਾਕੀ ਇੱਥੇ ਆਰਸੀਐਫ 'ਚ ਵੀ ਪੀਪੀਈ ਕਿਟਸ ਬਣ ਰਹੀਆਂ ਹਨ। ਆਰਸੀਐਫ ਹੈਜ਼ ਬੀਨ ਕਾइंड इनफ ਜਿਨ੍ਹਾਂ ਨੇ ਸਾਨੂੰ ਪੀਪੀਈ ਕਿਟਸ ਦਿੱਤੀਆਂ ਵੀ ਹੈ। JCT 'ਚ ਵੀ ਕਿਟਸ ਬਣ ਰਹੀਆਂ ਹੈ। that we are hopeful ਕਿ we will get the supply also। ਨਾਲੇ ਸਟੇਟ ਗਵਰਨਮੈਂਟ ਵੀ ਹਰ ਦੂਜੇ ਦਿਨ ਸਾਨੂੰ ਨਾਲ ਮਟੀਰੀਅਲ ਭੇਜ ਰਹੀ ਹੈ। then we are still at a comfortable position। of course number health personnel ਜਿਹੜੇ ਲੱਗੇ ਹੋਏ ਉਹ ਜ਼ਿਆਦਾ ਹੈ, but we are making the local arrangement so ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ। ਜੀ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗਾ, ਇਹਦੇ ਤੋਂ ਥੋੜੀ ਜਿਹੀ ਅਲੱਗ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਬੜਾ ਰੌਲਾ ਪੈਂਦਾ ਆ, ਤਾਂ ਲੱਗਦਾ ਵੀ ਕਿਤੇ ਨਾ ਕਿਤੇ ਜੋ ਹੁਣ ਲੋਕਡਾਊਨ ਦੀ ਸਥਿਤੀ ਬਣੀ ਹੈ, ਪੁਲਿਸ ਜਿਹੜੀ ਹੈ ਮੁਸ਼ਤੈਦ ਨਜ਼ਰ ਆ ਰਹੀ ਹੈ, ਤਾਂ ਕਿਤੇ ਨਾ ਕਿਤੇ ਠੱਲ ਪਈ ਆ, ਜਿਹੜੇ ਨਸ਼ਾ ਤਸਕਰ ਸੀ ਉਹਨਾਂ ਨੂੰ ਵੀ ਠੱਲ ਪਈ ਆ ਔਰ ਰੁਕਿਆ ਇਹ ਸਾਰਾ ਕੁਝ ਜੋ ਪਹਿਲਾਂ ਰੁਕਣਾ ਚਾਹੀਦਾ ਸੀ? ਸਾਰੀ ਚੀਜ਼ਾਂ ਦੀ ਨਾਲ ਚੱਲਦੀ ਹੈ। ਪੁਲਿਸ ਹੈਜ਼ ਬੀਨ ਡੂਇੰਗ ਅ ਗੁੱਡ ਜੌਬ ਇਨਟੂ ਇਟ। ਇਨਫੈਕਟ ਇਹਦੇ ਵਿੱਚ ਤਾਂ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸਣਾ ਚਾਹੂੰਗੀ ਕਿ ਵਿਚ ਇਜ਼ ਸਮਹਾਉ ਰਿਲੇਟਡ ਟੂ ਇਟ ਕਿ ਅਸੀਂ ਜਿਹੜਾ ਆਪਣਾ ਓਟ ਕਲੀਨਿਕ ਚੱਲ ਰਹੇ ਹੈ ਪੈਨ ਪੰਜਾਬ, ਅਸੀਂ ਆਪਣੇ ਓਟ ਕਲੀਨਿਕ ਕਾਲਾ ਸੰਘਿਆ ਏਰੀਆ ਦਾ ਉਹਨੂੰ ਮੋਬਾਈਲ ਓਟ ਕਲੀਨਿਕ ਬਣਾਇਆ ਹੈ, ਕਿਉਂਕਿ ਆਹ ਚੀਜ਼ ਦੇਖਣ 'ਚ ਆਈ ਸੀਗੀ ਕਿ ਜਿਹੜੇ ਪੇਸ਼ੈਂਟਸ ਹੈ ਦੇ ਕਮ ਇਨ ਲਾਰਜ ਨੰਬਰ ਟੂ ਦਾ ਓਟ ਕਲੀਨਿਕਸ ਤੇ ਉੱਥੇ ਫਿਰ ਸੋਸ਼ਲ ਡਿਸਟੈਂਸਿੰਗ ਜਿਹੜੀ ਹੈ ਮੇਨਟੇਨ ਨਹੀਂ ਹੋ ਪਾ ਰਹੀ ਸੀ। ਤੇ ਹੁਣ ਅਸੀਂ ਮੋਬਾਈਲ ਓਟ ਕਲੀਨਿਕ ਕੀਤਾ ਜਿੱਥੇ ਸਾਡੀ ਰੈੱਡ ਕਰਾਸ ਦੀ ਐਂਬੂਲੈਂਸ
ਉਸ ਓਟ ਕਲੀਨਿਕ ਦੇ ਨਾਲ ਲੱਗਦੇ 14 ਪਿੰਡਾਂ 'ਚ ਜਾ ਕੇ ਉੱਥੇ ਜਿਹੜੇ ਪਹਿਲੇ ਰਜਿਸਟਰਡ ਪੇਸ਼ੈਂਟਸ ਹੈ ਉਹਨਾਂ ਨੂੰ ਸਰਕਾਰ ਦੀ ਜਿਹੜੀ ਦਵਾਈ ਹੈ ਉਹੀ ਪ੍ਰੋਵਾਈਡ ਕਰਾਉਂਦੀ ਹੈ, ਜਿਸਦਾ ਪੂਰਾ ਰਿਕਾਰਡ ਵੀ ਨਾਲ ਰੱਖਿਆ ਜਾ ਰਿਹਾ ਹੈ। ਜੀ ਮੈਂ ਚਾਹਾਂਗਾ ਕਿ ਉਸ ਸਵਾਲ ਦਾ ਜਵਾਬ ਵੀ ਤੁਸੀਂ ਦੇ ਦਿਓ ਜੋ ਮੈਂ ਪਹਿਲਾਂ ਪੁੱਛਿਆ ਸੀਗਾ ਨਸ਼ਿਆਂ ਵਾਲੇ ਮੁੱਦੇ ਤੇ। ਮੈਂ ਉਹੀ ਉਹਦੇ ਵਿੱਚ ਕਹਿਣਾ ਚਾਹੂੰਗੀ ਜੀ ਕਿ ਪੁਲਿਸ ਇਜ਼ ਡੂਇੰਗ ਗੁੱਡ ਜੌਬ ਇਨਟੂ ਇਟ ਐਂਡ ਹਰ ਚੀਜ਼ ਸਾਈਮਲਟੇਨੀਅਸਲੀ ਚੱਲਣੀ ਹੁੰਦੀ ਹੈ ਜੀ। ਮੈਮ ਬਹੁਤ ਬਹੁਤ ਧੰਨਵਾਦ। ਅਸੀਂ ਹੋਪ ਕਰਦੇ ਹਾਂ ਕਿ ਇਦਾਂ ਅੱਗੇ ਵੀ ਚਲੋ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੋਣਗੀਆਂ ਔਰ ਪੁਲਿਸ ਇਸੇ ਤਰ੍ਹਾਂ ਆਪਣੀ ਜਿਹੜੀ ਕੋਸ਼ਿਸ਼ ਹੈ ਜਾਰੀ ਰੱਖੇਗੀ। ਫਿਲਹਾਲ ਇਹ ਗੱਲਬਾਤ ਕੀਤੀ ਹੈ ਕਪੂਰਥਲਾ ਦੇ ਡੀਸੀ ਦੇ ਨਾਲ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਜੇਕਰ ਦਿੱਕਤ ਆਉਂਦੀ ਹੈ ਤਾਂ ਉਸ ਦੇ ਲਈ ਹੈਲਪਲਾਈਨ ਨੰਬਰ ਜਿਹੜੇ ਜਾਰੀ ਕੀਤੇ ਗਏ ਆ, ਕਿਸਾਨਾਂ ਦੀ ਗੱਲ ਕਰੀਏ ਜਾਂ ਫਿਰ ਜੇਕਰ ਕਰੋਨਾ ਵਾਇਰਸ ਦੇ ਸੰਬੰਧੀ ਕੋਈ ਦਿੱਕਤ ਆਉਂਦੀ ਕਿਸੇ ਨੂੰ ਤਾਂ ਉਹ ਲੋਕ ਜਿਹੜੇ ਆ ਉੱਥੋਂ ਦੇ ਉਹ ਸੰਪਰਕ ਕਰ ਸਕਦੇ ਆ ਔਰ ਉਹਨਾਂ ਦਾ ਹੱਲ ਕੱਢਣ ਦੀ ਜਿਹੜੀ ਕੋਸ਼ਿਸ਼ ਹੈ ਉਹਨਾਂ ਦੇ ਵੱਲੋਂ ਕੀਤੀ ਜਾਏਗੀ। ਫਿਲਹਾਲ ਦੇ ਲਈ ਇੰਨਾ ਹੀ, ਫਿਰ ਹਾਜ਼ਰ ਹੋਵਾਂਗੇ ਹੋਰ ਗੱਲਬਾਤ ਦੇ ਨਾਲ। ਮੌਕੇ ਦੀ ਨਜਾਕਤ ਨੂੰ ਸਮਝਦੇ ਹੋਏ ਤੇ ਅੱਜ ਦੀ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ESS ਗਲੋਬਲ ਤੁਹਾਨੂੰ ਇਹ ਐਡਵਾਈਸ ਦਿੰਦਾ ਹੈ ਕਿ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ, ਆਪਣੀ ਹੈਲਥ ਤੇ ਸੇਫਟੀ ਦਾ ਖਿਆਲ ਰੱਖੋ। ਸਿਰਫ ਜਿਹੜੇ ਬਹੁਤ ਜ਼ਰੂਰੀ ਕੰਮ ਹੈ ਉਹਨਾਂ ਵਾਸਤੇ ਹੀ ਘਰੋਂ ਬਾਹਰ ਨਿਕਲੋ। ਇੱਥੇ ਹੀ ਕੁਐਸਚਨ ਖੜਾ ਹੁੰਦਾ ਹੈ ਕਿ ਮੇਰਾ ਬਾਹਰ ਜਾਣ ਦਾ ਸੁਪਨਾ ਬਿਨਾਂ ਘਰੋਂ ਬਾਹਰ ਨਿਕਲੇ ਕਿੱਦਾਂ ਪੂਰਾ ਹੋਏਗਾ। ਤੁਹਾਡੇ ਸਾਰੇ ਸੁਪਨਿਆਂ ਨੂੰ ਮੁੱਖ ਰੱਖਦੇ ESS ਗਲੋਬਲ ਲੈ ਕੇ ਆਇਆ ਆਨਲਾਈਨ ਪਲੇਟਫਾਰਮ। ਲੌਗਇਨ ਕਰੋ essglobal.com। ਆਨਲਾਈਨ ਕਾਉਂਸਲਿੰਗ ਘਰੇ ਬੈਠੇ ਪੂਰੇ ਪਰਿਵਾਰ ਨਾਲ ਲਓ, ਘਰੇ ਬੈਠ ਕੇ ਸਪਟੈਂਬਰ 2020 ਇਨਟੇਕ ਵਾਸਤੇ ਹੁਣੇ ਲੌਗਇਨ ਕਰੋ essglobal.com ਐਂਡ ਆਪਣੀ ਕਾਉਂਸਲਿੰਗ ਦੀ ਆਨਲਾਈਨ ਕਾਉਂਸਲਿੰਗ ਦੀ ਅਪਾਇੰਟਮੈਂਟ ਬੁੱਕ ਕਰੋ।